ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ ਸੋਰਠ ਦੀ ਵਾਰ ਦਾ ਸ਼ਲੋਕ ਹੈ। 643 ਅੰਗ ਦੇ ਉੱਪਰ ਇਸ ਦੀ ਆਰੰਭਤਾ ਹੋ ਕੇ 644 ਅੰਗ ਤੇ ਇਸ ਦੀ ਸਮਾਪਤੀ ਹੋ ਜਾਂਦੀ ਹੈ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਸ਼ਬਦ ਅੰਦਰ ਸੱਚ ਤੋਂ ਬਿਨਾ, ਗੁਰਬਾਣੀ ਤੋਂ ਬਿਨਾ, ਪਰਮੇਸ਼ਰ ਦੇ ਨਾਮ ਤੋਂ ਬਿਨਾ ਦੁਨੀਆ ਕਿਸ ਪ੍ਰਕਾਰ ਕਮਲਿਆਂ ਦੀ ਤਰ੍ਹਾਂ ਤੁਰੀ ਫਿਰਦੀ ਆ। ਨਾਮ ਬਿਨਾ ਸਭ ਜਗ ਬਹੁਰਾਨਾ, ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਨਾਮ ਤੋਂ ਬਿਨਾ ਕਿਸ ਪ੍ਰਕਾਰ, ਸਮਝ ਤੋਂ ਬਿਨਾ ਲੋਕ ਆਪਣੇ ਭਰਮਾਂ ਦੇ ਵਿੱਚ ਹੀ ਭਟਕਦੇ ਨੇ, ਤੇ ਗੁਰਮੁਖ ਨੂੰ ਇਹ ਪਛਾਣ ਆ ਜਾਂਦੀ ਆ ਸੱਚ ਦੀ, ਤੇ ਉਹ ਕਿਵੇਂ ਉੱਭਰ ਕੇ ਇਹਨਾਂ ਵਿੱਚੋਂ ਨਾਮ ਦੇ ਨਾਲ ਚਿੱਤ ਨੂੰ ਜੋੜਦਾ ਤੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਂਦਾ, ਆਪਣੀਆਂ ਇੱਛਾਵਾਂ ਨੂੰ ਘਟਾ ਕੇ ਉਹ ਮਾਲਕ ਦੇ ਚਰਨਾਂ ਵਿੱਚ ਜੁੜ ਜਾਂਦਾ। ਮਨ ਤੇ ਕਿਵੇਂ ਕਾਬੂ ਉਹਦਾ ਪੈ ਜਾਂਦਾ, ਇਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੱਸਿਆ ਹੈ ਕਿ ਧੰਦਾ ਕਰਦਿਆਂ ਬੰਦਾ ਆਪਣਾ ਨੇਫਲ ਜਨਮ ਵੀ ਗਵਾ ਸਕਦਾ, ਮਾਲਕ ਨੂੰ ਚਰਨਾਂ 'ਚ ਵਸਾ ਵੀ ਸਕਦਾ ਹੈ, ਮਾਲਕ ਨੂੰ ਦਿਲ 'ਚ ਵਸਾ ਵੀ ਸਕਦਾ ਹੈ। ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਆ, ਉਹਨਾਂ ਦੇ ਵੱਡੇ ਭਾਗ ਹੁੰਦੇ ਨੇ। ਸਭ ਕੁਝ ਬੰਦੇ ਦੇ ਅੰਦਰ ਹੀ ਹੁੰਦਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਜਿਵੇਂ ਕਿ ਕਸਤੂਰੀ ਹਿਰਨ ਦੀ ਨਾਭੀ 'ਚ ਹੀ ਹੁੰਦੀ ਆ, ਪਰ ਉਹਨੂੰ ਸਾਰੀ ਜ਼ਿੰਦਗੀ ਸਮਝ ਨਹੀਂ ਆਉਂਦੀ। ਅੰਮ੍ਰਿਤ ਵੀ ਬੰਦੇ ਦੇ ਅੰਦਰ ਹੀ ਹੁੰਦਾ, ਪਰ ਉਹਨੂੰ ਸਮਝ ਨਹੀਂ ਆਉਂਦੀ। ਇਵੇਂ ਫਿਰ ਐਸਾ ਪੁਰਖ ਕੋਈ ਸਦੀਆਂ ਪਿੱਛੋਂ ਪੈਦਾ ਹੁੰਦਾ, ਜਿਹੜਾ ਇਸ ਕਸਤੂਰੀ ਨੂੰ ਪਛਾਣ ਕੇ ਉਹਦਾ ਆਨੰਦ ਲੈਂਦਾ ਤੇ ਜ਼ਿੰਦਗੀ ਜਿਉਂ ਕੇ ਜਾਂਦਾ। ਨਹੀਂ, ਇੱਥੇ ਬਹੁਤ ਲੋਕ ਆ ਰਹੇ ਨੇ, ਜਾ ਰਹੇ ਨੇ, ਮਿਟ ਰਹੇ ਨੇ, ਮਿਟ ਰਹੇ ਜ਼ਿੰਦਗੀ ਕੇ ਨਿਸ਼ਾਨ। कैसे कैसे जमीन खा गई आसमां, कैसे कैसे। बहुत लोग इत्थों जा रहे ने, आ रहे ने, जा रहे ने, पर गुरमुख सदा जिउंदे ने। गुरमुख कदे नहीं मरदे, ना ही कदे बुढ़े हुंदे ने। गुरमुख बुढ़े कदे नाही, इनांतर सुरत ज्ञान, वो सदा ही चढ़दी कला वाला जीवन बतीत करके जाते ने। ये गुरु अमरदास जी ने दसिया है। सो आओ आपां विस्तार दे नाल इहदी चर्चा करते हाँ। श्लोक महला तीजा। गुरु अमरदास जी महाराज इस पावन शब्द अंदर फरमाउंदे ने, माया ममता मोहनी, जिन विण दन ता जग खाया। ये जिहड़े पैसे ने इंसान दियां लोड़ां दी पूर्ति वास्ते ने, क्योंकि पैसे नाल ही सब कुछ आउंदा। कपड़े खरीदने ने पैसे चाहीदे ने, मकान बनाउणा पैसिਆਂ ਦੀ लोड़ आ, रोटी राशन लैके आउणा, सारियां चीज़ां लई पैसे की लोड़ आ। एक लोड़ां हुंदियां ने, एक इच्छावां हुंदियां ने। लोड़ां की पूर्ति हो सकती आ, इच्छावां की पूर्ति जिहड़ी आ वो कदे भी नहीं हो सकती। बादशाह दियां ख्वाहिशां भी
ਅਧੂਰੀਆਂ ਹੀ ਰਹਿ ਜਾਂਦੀਆਂ ਨੇ, ਉਹ ਵੀ ਪੂਰੀਆਂ ਨਹੀਂ ਹੁੰਦੀਆਂ। ਕਿਉਂਕਿ ਇੱਛਾ ਜਿਹੜੀ ਆ ਨਾ, ਇੱਕ ਖਤਮ ਹੁੰਦੀ ਆ ਤੇ ਦੂਜੀ ਉੱਠ ਖੜ੍ਹਦੀ ਆ, ਉਹ ਬਹਿੰਦੀ ਆ, ਤੀਜੀ ਉੱਠ ਖੜ੍ਹਦੀ ਆ। ਇਸ ਪ੍ਰਕਾਰ ਇੱਛਾਵਾਂ ਦਾ ਮਨ ਦੇ ਅੰਦਰ ਵੇਗ ਹੁੰਦਾ, ਜਿਵੇਂ ਨਦੀ ਦੀਆਂ ਤਰੰਗਾਂ ਹੁੰਦੀਆਂ ਨੇ। ਲੋੜਾਂ ਦੀ ਪੂਰਤੀ ਹੋਣੀ, ਉਹਦੇ ਲਈ ਪੈਸੇ ਚਾਹੀਦੇ ਨੇ, ਇਹ ਕੁਝ ਹੋਰ ਗੱਲ ਆ। ਇੱਛਾਵਾਂ ਦੀ ਪੂਰਤੀ ਬੰਦੇ ਦੀ ਕਦੇ ਵੀ ਨਹੀਂ ਹੁੰਦੀ, ਬੰਦਾ ਮਰ ਵੀ ਜਾਵੇ ਤਾਂ ਵੀ ਨਹੀਂ ਹੁੰਦੀ। ਇਹ ਐਸੀਆਂ ਨੇ। ਤਾਂ ਉਹ ਬੰਦੇ ਜਿਹੜੇ ਲੋੜਾਂ ਦੀ ਪੂਰਤੀ ਹੋਣ ਤੋਂ ਬਾਅਦ ਵੀ ਪੈਸੇ ਨੂੰ ਇੱਛਾਵਾਂ ਲਈ ਵਰਤਣਾ ਚਾਹੁੰਦੇ ਨੇ, ਇੱਛਾ ਕਰਦੇ ਨੇ, ਤਾਂ ਉਹ ਬੰਦੇ ਕਦੇ ਵੀ ਵਾਹਿਗੁਰੂ ਦਾ ਨਾਮ ਨਹੀਂ ਜਪ ਸਕਦੇ। ਕਿਉਂਕਿ ਉਹਨਾਂ ਦੀ ਇੱਛਾ ਹਜੇ ਮਾਇਆ ਦੇ ਵਿੱਚ ਹੀ ਅਟਕੀ ਪਈ ਆ। ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾ ਜਗ ਖਾਇਆ। ਜਦੋਂ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ ਤੇ ਤਮੰਨਾ ਬੰਦੇ ਅੰਦਰ ਹੁੰਦੀ ਆ, ਤਾਂ ਇਹ ਪੈਸੇ ਬਿਨਾਂ ਦੰਦਾਂ ਤੋਂ ਉਹ ਇਨਸਾਨ ਨੂੰ ਨਿਗਲ ਜਾਂਦੇ ਨੇ। ਪੈਸੇ ਦੇ ਭਾਵੇਂ ਗੁਰੂ ਅਮਰਦਾਸ ਜੀ ਕਹਿੰਦੇ ਦੰਦ ਨਹੀਂ ਹੁੰਦੇ, ਕਾਗਜ਼ ਦੇ ਨੋਟਾਂ ਦੇ, ਸਿੱਕਿਆਂ ਦੇ, ਪਰ ਬਿਨ ਦੰਤਾ, ਦੰਤਾ ਕਹਿੰਦੇ ਨੇ ਦੰਦਾਂ ਨੂੰ, ਬਿਨਾਂ ਦੰਦਾਂ ਤੋਂ ਜੱਗ ਨੂੰ ਇਸ ਨੇ ਖਾ ਲਿਆ ਹੈ। ਖਾਧਾ ਕਿਹਨੂੰ ਆ? ਮਨਮੁਖਾਂ ਨੂੰ। ਮਨਮੁਖ ਖਾਧੇ, ਜਿੰਨੇ ਮਨ ਪਿੱਛੇ ਲੱਗਣ ਵਾਲੇ ਬੰਦੇ ਨੇ, ਇਨਸਾਨ ਨੇ, ਚਾਹੇ ਇਸਤਰੀ ਆ ਚਾਹੇ ਉਹ ਮਰਦ ਆ, ਉਹਨਾਂ ਸਾਰਿਆਂ ਨੂੰ ਇਹ ਮਾਇਆ ਨੇ ਖਾ ਲਿਆ ਹੈ। ਤੇ ਗੁਰਮੁਖ ਉੱਭਰੇ। ਉੱਭਰੇ ਦਾ ਮਤਲਬ ਆ ਗੁਰਮੁਖ ਨੂੰ ਇਹ ਚੀਜ਼ ਕੁਝ ਨਹੀਂ ਕਹਿ ਸਕੀ, ਉੱਭਰ ਕੇ ਬਾਹਰ ਆ ਗਏ ਨੇ ਇਸ ਦਲਦਲ ਦੇ ਵਿੱਚੋਂ। ਕਿਵੇਂ, ਕਿਸ ਕਰਕੇ? ਜਿਨੀ ਸੱਚ ਨਾਮ ਚਿਤ ਲਾਇਆ। ਜਿਨ੍ਹਾਂ ਨੇ ਸੱਚ ਦੇ ਨਾਲ ਭਾਵ ਕੀ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਨਾਲ ਆਪਣਾ ਪ੍ਰੇਮ ਵਧਾ ਲਿਆ, ਗੁਰਬਾਣੀ ਨੂੰ ਹਿਰਦੇ 'ਚ ਟਿਕਾ ਲਿਆ, ਜਿਨ੍ਹਾਂ ਨੂੰ ਸਮਝ ਲੱਗੀ ਪੈਸੇ ਜਿਹੜੇ ਹੁੰਦੇ ਨੇ ਇੱਕ ਲੋੜ ਹੁੰਦੀ ਆ। ਇਹ ਕਾਗਜ਼ ਦੇ ਨੋਟ ਵਰਤਣ ਲਈ ਹਨ। ਜਿਹੜੇ ਭਰਾ ਹਨ, ਦੋਸਤ ਨੇ, ਰਿਸ਼ਤੇਦਾਰ ਨੇ, ਮਿੱਤਰ ਨੇ, ਸੱਜਣ ਨੇ, ਉਹ ਪਿਆਰ ਕਰਨ ਲਈ ਹਨ। ਪੈਸੇ ਵਰਤਣ ਲਈ ਹਨ, ਚੀਜ਼ਾਂ ਵਰਤਣ ਲਈ ਹਨ। ਪਰਿਵਾਰ ਦੇ ਮੈਂਬਰ, ਮਿੱਤਰ, ਦੋਸਤ ਪਿਆਰ ਕਰਨ ਲਈ ਹਨ। ਉਲਟ ਨਾ ਕਰੋ। ਚੀਜ਼ਾਂ ਨੂੰ ਵਰਤੋ, ਲੋਕਾਂ ਨੂੰ ਨਹੀਂ। ਲੋਕਾਂ ਨੂੰ ਪਿਆਰ ਕਰੋ, ਚੀਜ਼ਾਂ ਨੂੰ ਵਰਤੋ। ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾ ਜਗ ਖਾਇਆ। ਜੇ ਤੁਸੀਂ ਚੀਜ਼ਾਂ ਨੂੰ ਪਿਆਰ ਕਰੋਗੇ ਤਾਂ ਇਹ ਇੱਕ ਦਿਨ ਤੁਹਾਨੂੰ ਬਿਨਾਂ ਦੰਦਾਂ ਤੋਂ ਖਾ ਜਾਣਗੀਆਂ। ਮਨਮੁਖ ਖਾਧੇ, ਕਈ ਖਾਧੇ ਗਏ ਨੇ, ਮਨਮੁਖ ਖਾਧੇ ਨੇ। ਗੁਰਮੁਖ ਉੱਭਰੇ, ਗੁਰਮੁਖੀ ਬਚੇ ਨੇ। ਜਿਨੀ ਸੱਚ ਨਾਮ ਚਿਤ ਲਾਇਆ, ਜਿਨ੍ਹਾਂ ਨੇ ਸੱਚੇ ਨਾਮ ਦੇ ਨਾਲ ਚਿੱਤ ਨੂੰ ਜੋੜਿਆ। ਬਿਨ ਨਾਵੇ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਨਾਮ ਤੋਂ ਬਿਨਾ ਜੱਗ ਦੁਨੀਆ ਕਮਲਿਆਂ ਦੇ ਵਾਂਗ ਫਿਰਦੀ ਆ। ਨਾਮ ਤੋਂ ਬਿਨਾ ਝੱਲਿਆਂ ਦੇ ਵਾਂਗ ਫਿਰਦੀ ਆ, ਦੀਵਾਨਿਆਂ ਦੇ ਵਾਂਗ ਫਿਰਦੀ ਆ। ਕੋਈ ਆ ਗੁਰਮੁਖ ਪਿਆਰਾ ਜਿਹੜਾ ਹੈ ਕਿ ਉਹਨੂੰ ਇਹ ਨਜ਼ਰ ਆਇਆ ਕਿ ਨਾਮ ਤੋਂ ਬਿਨਾ ਸਭ ਕੂੜ ਆ। ਨਹੀਂ, ਬੰਦਾ ਕਹੇਗਾ ਪੈਸਾ ਸਭ ਕੁਝ ਆ, ਗੁਰਮੁਖ ਕਹੇਗਾ ਨਹੀਂ, ਪੈਸਾ ਲੋੜ ਆ। ਪੈਸਾ ਵੀ ਹੈ, ਲੋੜ ਹੈ, ਪਰ ਨਾਮ ਸਭ ਕੁਝ ਆ, ਸੰਗਤ ਸਭ ਕੁਝ ਆ। ਮਨਮੁਖ ਬੰਦਾ ਇਉਂ ਕਹੇਗਾ, ਪੈਸਾ ਹੋਵੇ ਬੰਦੇ ਕੋਲੇ ਤੇ ਬੰਦਾ ਕੀ ਨਹੀਂ ਕਰ ਸਕਦਾ, ਸਭ ਕਰ ਲੇਗਾ। ਗੁਰਮੁਖ ਕਹੇਗਾ ਨਹੀਂ, ਪੈਸੇ ਨਾਲ ਲੋੜਾਂ ਦੀ ਪੂਰਤੀ ਹੋ ਸਕਦੀ ਆ, ਸਹੂਲਤਾਂ ਮਿਲ ਸਕਦੀਆਂ ਨੇ, ਪਰ ਮਨ ਦਾ ਟਿਕਾਅ, ਮਨ ਦੀ ਸ਼ਾਂਤੀ, ਇਹਦੇ ਲਈ ਨਾਮ ਬੜਾ ਜ਼ਰੂਰੀ ਆ। ਸਿਮਰਨ, ਸੰਗਤ, ਰੱਬ ਦੇ ਪਿਆਰਿਆਂ ਦੀ ਇਹ ਬੜੀ ਜ਼ਰੂਰੀ ਆ। ਇਹ ਕਹੇਗਾ ਧੰਦਾ ਕਰਦੇ ਆ, ਨੇਹ ਫਲ ਜਨਮ ਗਵਾਇਆ,
सुख दाता मन ना वसाया। इंसान ने धंधा करदे 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 अपना जन्म ने फल गवा लिया, सुख दाते नूं भी मन ना वसाया। क्योंकि किरत ओही किरता जिहदे नाल कीरती आ। जिहड़ी कल्ली किरत किरत आ वो किरत नहीं होवेगी, वो हक पराया खाना बन जेगी। समा पा के वो बोझ बन जेगी, वो तनाव बन जेगी, वो डिप्रैशन बन जेगी, वो स्ट्रैस बन जेगी। कल्ली किरत बंदा उतों उक जेगा। जे किरत दे नाल प्लस कीरती होवे, इन्हां दा सुमेल होवे, संगम होवे, फिर कहना पवेगा हाथ पाओ कर काम सब, चीत निरंजन नाल नामा कहे तलोचना, मुख ते राम संभाल। भगत नामदेव जी, भगत त्रिलोचन जी इन्हां नूं कह रहे ने। भगत कबीर साहिब जी अपने वाकां दे राहीं नामा कहे तलोचना, भगत नामदेव जी कह रहे ने भगत त्रिलोचन जी अपने मुख दे राहीं वाहिगुरु दा नाम जपो, हत्थां दे नाल काम करो। हाथ पाओ कर काम सब, चीत निरंजन नाल। हथ कार वल, चित करतार वल। हथ काम कार वल होवे, चित करतार वल होवे। इनू कहा जांदा किरत ते कीरती। जे हथ कार वल आ, काम कार वल आ, कारज कर रहे हो पर चित नहीं उहदे नाल जुड़िया, तां फिर की होवेगा? धंधा करतियां निहफल जन्म गवाया, सुख दाता मन ना वसाया। नानक नाम तिन्हां को मिलिया, जिन को तुर लिख पाया। नाम उन्हां नूं ही मिलिया जिन्हां नूं धुरों वाहिगुरु ने मत्थे ते लेख लिख के भेजे ने, जिन्हां दी प्रालब्ध ऐसी आ। ਜਿਹੜੇ ਸੰਗਤ ਵਿੱਚ ਆਉਂਦੇ ਨੇ ਆਪਣੇ ਕਰਮ ਜਿਹੜੇ ਪੁੱਠੇ ਨੇ ਉਹਨਾਂ ਨੂੰ ਸਿੱਧੇ ਕਰ ਲੈਂਦੇ ਨੇ, ਉਹਨਾਂ ਨੂੰ ਇਹ ਚੀਜ਼ਾਂ ਮਿਲਦੀਆਂ ਨੇ। ਛੇਵੇਂ ਪਾਤਸ਼ਾਹ ਜੀ ਦੀ ਇੱਕ ਸੁੰਦਰ ਗਾਥਾ ਹੁੰਦੀ ਆ ਇਤਿਹਾਸ ਦੇ ਵਿੱਚ। ਗੁਰੂ ਸਾਹਿਬ ਜੀ ਜਿੱਥੇ ਗੁਰਸਿੱਖਾਂ ਨੂੰ ਪਿਆਰ ਕਰਦੇ ਨੇ, ਉੱਥੇ ਕੁਦਰਤ ਨੂੰ ਵੀ ਬੜੇ ਪਿਆਰ ਦੇ ਨਾਲ ਨਿਵਾਜਦੇ ਨੇ, ਮੁਹੱਬਤ ਕਰਦੇ ਨੇ। क्यों? क्योंकि बलहारी कुदरत वसिया। परमात्मा ने कुदरत बनाई, कुदरत दे विच ओह वसिया होया। जदों ओह वसिया होया ते उहनूं महाराज सब दे अंदर वसदे रब नूं प्यार करदे ने। एक दिन एक रसोईया महाराज दा प्रशादा तैयार कर रहा सी। जिहड़े पंछी हुंदे ने जिमें ਕਾਂ ਹੁੰਦਾ, ਉਹ ਵਾਰ-ਵਾਰ ਉੱਥੇ ਆ ਰਿਹਾ ਸੀ, ਵਾਰ-ਵਾਰ ਰਸੋਈ ਦੇ ਲਾਗੇ ਆ ਰਿਹਾ ਸੀ। ਤਾਂ ਰਸੋਈਆ ਕਹਿਣ ਲੱਗਾ, ਭਾਈ ਕੁੱਕੋ ਜੀ ਦਾ ਸੁਪੁੱਤਰ ਸੀ, ਉਹਦਾ ਨਾਮ ਸੀ ਅਨੰਤਾ। ਕਹਿੰਦਾ ਇਹਨਾਂ ਕਾਵਾਂ ਨੂੰ ਉਡਾ, ਇਹ ਨੇੜੇ ਆ ਰਹੇ ਆ ਰਸੋਈ ਦੇ, ਮੈਂ ਆਟਾ ਗੁੰਨ ਰਿਹਾ। ਗੁੰਨੇ ਹੋਏ ਆਟੇ ਵਿੱਚ ਠੂੰਗੇ ਨਾ ਮਾਰ ਦੇਣ, ਜੂਠਾ ਨਾ ਕਰ ਦੇਣ, ਇਹਨਾਂ ਨੂੰ ਉਡਾ, ਇਹਨਾਂ ਨੂੰ ਭਜਾ। ਉਹ ਅਨੰਤਾ ਜਿਹੜਾ ਬੱਚਾ ਸੀ ਤੇ ਗੁਲੇਲ ਉਹਨੇ ਲੈ ਲਈ, ਉਡਾਉਣ ਲੱਗ ਗਿਆ ਉਹਨਾਂ ਕਾਵਾਂ ਨੂੰ ਜਿੱਦਾਂ ਰਸੋਈਏ ਨੇ ਕਹਿ ਦਿੱਤਾ। ਉਹ ਉਡਾਵੇ, ਕਾਂ ਫਿਰ ਆ ਜਾਵੇ, ਉਡਾਵੇ ਫਿਰ ਆ ਜਾਵੇ। 3-4 ਵਾਰ ਇਵੇਂ ਹੋਇਆ। ਉਹਨੇ ਫਿਰ ਗਲੇਲ ਨਾਲ ਉੱਤੇ ਵਾਰ ਕੀਤਾ ਕਾਂ ਤੇ ਉਹਦਾ ਜਿਹੜੀ ਇੱਕ ਲੱਤ ਸੀ ਉਹ ਲੰਗੜਾ ਹੋ ਗਿਆ। बड़ा दर्द होया उस ਕਾਂ ਨੂੰ। ਉਹ ਉੱਡ ਗਿਆ ਉਦੋਂ ਬਾਅਦ ਉੱਥੋਂ। ਤੇ ਥੋੜੇ ਸਮੇਂ ਬਾਅਦ ਛੇਵੇਂ ਪਾਤਸ਼ਾਹ ਜੀ ਉੱਥੇ ਆਉਂਦੇ ਨੇ, ਪ੍ਰਸ਼ਾਦਾ ਛਕਦੇ ਨੇ ਪਿਆਰ ਦੇ ਨਾਲ। ਆਪ ਪ੍ਰਸ਼ਾਦਾ ਛਕ ਕੇ ਉਦੋਂ ਬਾਅਦ ਸਾਹਿਬ ਜੀ ਨੇ ਰੋਟੀਆਂ ਦਾ ਚੂਰਾ ਬਣਾ ਕੇ ਪੰਛੀਆਂ ਨੂੰ ਪਾਇਆ। ਕਾਵਾਂ ਦੀ ਡਾਰ ਦੇਖੀ, ਪਿਆਰ ਦੇ ਨਾਲ ਉਹਨਾਂ ਨੂੰ ਰੋਟੀ ਪਾ ਰਹੇ ਨੇ।
ਕਾਵਾਂ ਦੀਆਂ ਡਾਰਾਂ ਆ ਰਹੀਆਂ ਨੇ ਸਾਹਿਬ ਜੀ ਦੇ ਪਾਸ, ਪਰ ਦੇਖਿਆ ਉਹਨਾਂ 'ਚ ਇੱਕ ਲੰਗੜਾ ਕਾਂ ਹੈ। ਸਾਹਿਬ ਜੀ ਕਹਿਣ ਲੱਗੇ, ਕੌਣ ਆ ਜਿਹਨੇ ਇਸ ਕਾਂ ਨੂੰ ਲੰਗੜਾ ਕੀਤਾ? ਉਹ ਇਨਸਾਨ ਜੋ ਵੀ ਆ, ਕੋਈ ਵੀ ਹੋਵੇ, ਜਿਹਨੇ ਇਸ ਵਿਚਾਰੇ ਕਾਂ ਨੂੰ ਦੁਖੀ ਕਰ ਦਿੱਤਾ, ਉਹ ਹੁਣ ਦੋਜਕ ਵਿੱਚ ਜਾਵੇਗਾ। ਤੇ ਨਰ ਦੋਜਕ ਜਾਹੇਂਗੇ, ਉਹ ਇਨਸਾਨ ਨਰਕਾਂ 'ਚ ਜਾਣਗੇ। ਜਿਹੜਾ ਵੀ ਕੋਈ ਆ ਕਿ ਉਹਨੇ ਇਸ ਕਾਂ ਨੂੰ, ਜਿਸ ਨੇ ਲੰਗੜਾ ਕਰ ਦਿੱਤਾ, ਦੁਖੀ ਕੀਤਾ, ਦੁੱਖ ਦਿੱਤਾ ਇਸ ਪੰਛੀ ਨੂੰ। ਇਹ ਗੱਲਾਂ ਜਦੋਂ ਮਹਾਰਾਜ ਕਹਿ ਰਹੇ ਸੀ ਤਾਂ ਅਨੰਤੇ ਨੇ ਸੁਣ ਲਈਆਂ, ਉਹ ਵੀ ਲਾਗੇ ਸੀ। ਭਾਈ ਕੁੱਕੋ ਜੀ ਨੇ ਵੀ ਸੁਣ ਲਈਆਂ ਕਿ ਮੇਰੇ ਸਪੁੱਤਰ ਨੇ ਹੀ ਐਵੇਂ ਗਲੇਲ ਦੇ ਨਾਲ ਵਾਰ ਕੀਤਾ ਤੇ ਉਹ ਕਾਂ ਲੰਗੜਾ ਹੋ ਗਿਆ, ਹੁਣ ਸਾਨੂੰ ਤਾਂ ਸ਼ਰਾਪ ਮਿਲ ਗਿਆ। ਮਹਾਰਾਜ ਦਾ ਬਚਨ ਜਿਵੇਂ ਇੱਕ ਸਾਧ ਬਚਨ ਅਟਲਾਦਾ, ਗੁਰੂ ਦਾ ਕਿਹਾ ਹੋਇਆ ਬਚਨ ਅਟਲ ਹੁੰਦਾ, ਪੂਰਾ ਹੁੰਦਾ। ਉਹ ਇਉਂ ਹੁੰਦਾ ਕਿ ਮਨ ਦੇ ਵਿੱਚ ਭਾਵਨਾ ਆ ਗਈ ਕਿ ਹੁਣ ਅਸੀਂ ਨਰਕਾਂ ਨੂੰ ਹੀ ਜਾਵਾਂਗੇ, ਜਿਉਂਦਿਆਂ ਜੀ ਸਾਡੀ ਜ਼ਿੰਦਗੀ ਨਰਕ ਬਣ ਜਾਏਗੀ। ਇਹ ਸਾਥੋਂ ਭੁੱਲ ਹੋ ਗਈ, ਪਰ ਹੋਈ ਅਜਾਣਪੁਣੇ 'ਚ, ਸੇਵਾ ਕਰਦਿਆਂ ਤੋਂ ਹੋਈ। ਤੇ ਫਿਰ ਸਿੱਖਾਂ ਕੋਲ ਜਾਂਦੇ ਨੇ, ਬੜੇ ਕਮਜ਼ੋਰ ਹੋ ਗਏ ਭਾਈ ਕੁੱਕੋ ਜੀ ਤੇ ਉਹਨਾਂ ਦੇ ਸੁਪੁੱਤਰ, ਸੋਚ ਕੇ, ਕਿਉਂਕਿ ਜਿਹੜੀ ਚਿੰਤਾ ਨਾ, ਇਹ ਸਭ ਤੋਂ ਵੱਡਾ ਰੋਗ ਆ। ਅੰਦਰ ਚਿੰਤਾ ਹੋਣ ਲੱਗੀ, ਝੋਰੇ ਹੋਣ ਲੱਗੇ ਕਿ ਮਹਾਰਾਜ ਨੇ ਸਾਨੂੰ ਇਹ ਬਚਨ ਕਰ ਦਿੱਤੇ, ਹੁਣ ਕੀ ਹੋਣਾ ਸਾਡਾ। ਉਸ ਤੋਂ ਬਾਅਦ ਇਹ ਇਕੱਠੇ ਹੋ ਕੇ ਸਿੱਖਾਂ ਦੇ ਕੋਲੇ ਗਏ ਕਿ ਸਾਡੀ ਭੁੱਲ ਬਖਸ਼ਾ ਦਿਓ। ਭਾਈ ਸਾਹਿਬ, ਭਾਈ ਕੁੱਕੋ ਜੀ ਕਹਿੰਦੇ ਮੇਰੇ ਪੁੱਤਰ ਤੋਂ ਭੁੱਲ ਹੋਈ ਆ, ਸੇਵਾ ਕਰਦੇ ਆ। ਮਨੋਰਥ ਕੋਈ ਨਹੀਂ ਸੀ ਕਾਂ ਨੂੰ ਮਾਰਨਾ, ਲੰਗੜਾ ਕਰਨਾ। ਇਹ ਤਾਂ ਸਹਿਜੇ ਹੋ ਗਿਆ, ਅਚਾਨਚੱਕ ਹੋ ਗਿਆ। ਉਡਾ ਰਿਹਾ ਸੀ ਨਾ ਕਿ ਆਟਾ ਜੂਠਾ ਨਾ ਕਰ ਜਾਵੇ, ਤਾਂ ਕਰਕੇ ਕਰ ਰਿਹਾ ਸੀ। ਉਸ ਤੋਂ ਬਾਅਦ ਫਿਰ ਕਹਿਣ ਲੱਗੇ ਸਿੱਖ, ਇਹ ਤਾਂ ਭਾਈ ਵਿਧੀ ਚੰਦ ਹੀ ਕਰ ਸਕਦੇ ਆ। ਜਿਹੜਾ ਕਾਰਜ ਤੁਸੀਂ ਕਰਵਾਉਣਾ ਚਾਹੁੰਦੇ ਹੋ ਨਾ, ਆਪਣੀ ਭੁੱਲ ਬਖਸ਼ਾਉਣਾ ਚਾਹੁੰਦੇ ਹੋ, ਭਾਈ ਵਿਧੀ ਚੰਦ ਕੋਲ ਜਾਓ, ਉਹ ਗੁਰੂ ਤੋਂ ਮਾਫ ਕਰਵਾ ਦੇਣਗੇ। ਚਲੇ ਗਏ, ਭਾਈ ਵਿਧੀ ਚੰਦ ਨੂੰ ਰੋ ਕੇ ਸਾਰਾ ਹਾਲ ਦੱਸਿਆ। ਕਹਿਣ ਲੱਗੇ ਸਿੱਖੋ, ਫਿਕਰ ਨਾ ਕਰੋ, ਸਮਾਂ ਜਦੋਂ ਆਵੇਗਾ ਮੈਂ ਬਖਸ਼ਾ ਦਿਆਂਗਾ, ਗੁਰੂ ਨੂੰ ਬੇਨਤੀ ਕਰਾਂਗਾ, ਗੁਰੂ ਸਾਹਿਬ ਕਿਰਪਾ ਕਰਨਗੇ। ਜਦੋਂ ਸਾਹਿਬ ਜੀ ਇੱਕ ਦਿਨ ਸ਼ਿਕਾਰ ਖੇਡ ਕੇ ਛੋਟਾ ਮੀਰ ਪਿੰਡ ਸੀ, ਉੱਥੇ ਆ ਕੇ ਰੁਕੇ ਨੇ। ਭਾਈ ਵਿਧੀ ਚੰਦ ਨੇ ਫਿਰ ਕਿਹਾ, ਮਹਾਰਾਜ, ਇੱਕ ਦਿਨ ਤੁਸੀਂ ਇਹ ਆਖਿਆ ਸੀ ਕਿ ਜਿਸ ਨੇ ਵੀ ਇਹ ਕਾਂ ਨੂੰ ਲੰਗੜਾ ਕੀਤਾ ਤੇ ਉਹ ਨਰਕਾਂ 'ਚ ਜਾਵੇਗਾ। ਇਹ ਸਾਰੀ ਗਲਤੀ ਅਜਾਣਪੁਣੇ 'ਚ ਇੱਕ ਬੱਚੇ ਤੋਂ ਹੋਈ ਆ। ਉਹ ਆਪਣੇ ਗੁਰੂ ਘਰ ਦਾ ਸੇਵਾਦਾਰ ਹੈ। ਗੁਰੂ ਮਹਾਰਾਜ ਨੂੰ ਬਖਸ਼ ਲਵੋ ਤੇ ਕਿਰਪਾ ਕਰੋ। ਗੁਰੂ ਸਾਹਿਬ ਜੀ ਜਿਵੇਂ ਇੱਥੇ ਅੱਜ ਪੰਕਤੀ ਆਈ ਆ, ਨਾਨਕ ਨਾਮ ਤਿਨਾਂ ਕੋ ਮਿਲਿਆ, ਜਿਨ ਕੋ ਧੁਰ ਲਿਖ ਪਾਇਆ। ਜਿਨ੍ਹਾਂ ਦੇ ਮਸਤਕ ਦੇ ਲੇਖ ਹੁੰਦੇ ਨੇ, ਉਹੋ ਜੀ ਵਿਧੀ ਬਣਾ ਦਿੰਦਾ ਹੈ ਪਰਮੇਸ਼ਰ। ਕਾਂ ਇੱਕ ਵਿਧੀ ਬਣਿਆ। ਸਾਹਿਬ ਜੀ ਕਹਿੰਦੇ ਨਹੀਂ, ਇਹ ਇੱਕ ਬੱਚਾ ਹੈ ਅਨੰਤਾ। ਇਹ ਤਾਂ ਰਸੋਈਆਂ ਵਿੱਚ ਆ ਕੇ ਗੁਰੂ ਘਰ ਦੀ ਸੇਵਾ ਕਰਦਾ। ਇਹ ਨਰਕਾਂ ਨੂੰ ਨਹੀਂ ਜਾਵੇਗਾ, ਇਹਦਾ ਤਾਂ ਉਧਾਰ ਹੋਵੇਗਾ, ਇਹ ਤਾਂ ਜੰਨਤ ਵਿੱਚ ਜਾਵੇਗਾ। ਪਰ ਆਹ ਪਿੰਡ ਦੇ ਜਿਹੜੇ ਲੋਕ ਨੇ, ਛੋਟੇ ਮੀਰ ਪਿੰਡ ਦੇ, ਅਸੀਂ ਤਾਂ ਇਹਨਾਂ ਨੂੰ ਆਖਿਆ ਸੀ, ਕਿਉਂਕਿ ਇਹ ਬੜੇ ਪੰਛੀਆਂ ਨੂੰ ਦੁਖੀ ਕਰਦੇ ਨੇ, ਦੂਜੇ ਪਿੰਡ ਦੇ ਲੋਕਾਂ ਨੂੰ ਦੁਖੀ ਕਰਦੇ ਨੇ, ਆਪ ਦੁਖੀ ਹੁੰਦੇ ਨੇ। ਇਹ ਜਾਣਗੇ ਨਰਕਾਂ ਨੂੰ। ਇਹ ਬੱਚਾ ਅਨੰਤਾ ਨਹੀਂ ਜਾਵੇਗਾ, ਅਨੰਤਾ ਇੱਦਾਂ ਹੀ ਰਹੇਗਾ, ਸਵਰਗਾਂ ਵਿੱਚ ਜਿਉਂਦੇ ਜੀ, ਬਾਅਦ 'ਚ ਵੀ। ਇਹਨੂੰ ਇਹੋ ਜਿਹੀ ਜ਼ਿੰਦਗੀ ਮਿਲੂਗੀ ਸੇਵਾ ਕਰਨ ਕਰਕੇ। ਇਹਨੂੰ ਅਸੀਂ ਕੁਝ ਵੀ ਨਹੀਂ ਆਖਿਆ। ਤਾਂ ਭਾਈ ਵਿਧੀ ਚੰਦ ਨੇ ਫਿਰ ਸਾਰੀ ਗਾਥਾ ਸੁਣਾਈ। ਦੋਨੋਂ ਪਿਓ ਪੁੱਤਰ ਜਿਹੜੇ ਸੀ ਕਮਜ਼ੋਰ ਹੋ ਗਏ ਸੀ ਚਿੰਤਾ ਕਰ ਕਰਕੇ। ਮਹਾਰਾਜ ਨੇ ਸਾਨੂੰ ਇਹ ਕਹਿ ਦਿੱਤਾ, ਹੁਣ ਅਸੀਂ ਕਿੱਧਰ ਜਾਵਾਂਗੇ। ਫਿਰ ਤੋਂ ਰਾਜੀ ਹੋਣ ਲੱਗ ਗਏ, ਠੀਕ ਹੋ ਗਏ ਬਿਲਕੁਲ।
ਤਾਂ ਮੇਰੇ ਕਹਿਣ ਦਾ ਭਾਵ ਇਹ ਆ ਕਿ ਕਈ ਵਾਰੀ ਕਾਂ ਸੀ ਜਿਹੜਾ ਉਹਦਾ ਲੰਗੜਾ ਹੋਣਾ, ਉਹਦੇ ਗਲੇਲ ਵੱਜਣੀ, ਬਹਾਨਾ ਬਣ ਕੇ ਬਾਅਦ ਵਿੱਚ ਉਹ ਗੁਰੂ ਦੇ ਰਾਹੀਂ ਮੁਕਤ ਹੋ ਗਏ। ਭਾਈ ਕੁੱਕੋ ਤੇ ਭਾਈ ਅਨੰਤਾ ਜੀ। ਗਲਤੀਆਂ ਇਨਸਾਨ ਤੋਂ ਹੋ ਜਾਂਦੀਆਂ ਨੇ, ਪਰ ਉਹਦਾ ਪਛਤਾਤਾਪ ਕਰਨਾ, ਨੀਵੇਂ ਹੋ ਕੇ ਉਹਦੀ ਖਿਮਾ ਭੁੱਲ ਮੰਗਣੀ, ਤੇ ਇਹ ਹੋ ਹੀ ਨਹੀਂ ਸਕਦਾ ਕਿ ਗੁਰੂ ਤੁਹਾਨੂੰ ਕਦੇ ਮਾਫ ਨਾ ਕਰੇ। ਜ਼ਿੰਦਗੀ 'ਚ ਬੰਦੇ ਤੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ, ਪਰ ਹਾਂ ਇਤਨਾ ਕੁ ਜ਼ਰੂਰ ਹੋਵੇ ਕਿ ਇੱਕ ਗਲਤੀ ਤੁਹਾਡੇ ਤੋਂ ਵਾਰ-ਵਾਰ ਨਹੀਂ ਹੋਣੀ ਚਾਹੀਦੀ। ਇਹ ਗੱਲ ਦਾ ਤੁਸੀਂ ਖਿਆਲ ਰੱਖਣਾ। ਪਰ ਗਲਤੀ ਨਾ ਹੋਵੇ ਕਦੇ, ਇਹ ਨਹੀਂ ਕਦੇ ਹੋਵੇਗਾ। ਕੰਮ ਕਰਦੇ ਆ, ਗਲਤੀ ਹੋ ਸਕਦੀ ਆ, ਹੋ ਜਾਂਦੀ ਆ, ਹੁੰਦੀ ਰਹੀ ਆ। ਬੋਲ ਬਾਣੀ 'ਚ ਬੋਲਦਿਆਂ ਤੋਂ ਗਲਤੀ ਹੁੰਦੀ ਰਹੀ ਆ, ਹੁੰਦੀ ਰਹੇਗੀ, ਹੁੰਦੀ ਹੈ। ਇਸ ਕਰਕੇ ਵਿਦਵਾਨ ਕਹਿੰਦੇ ਨੇ ਕਿ ਵਾਰ-ਵਾਰ ਭੁੱਲ ਨਾ ਕਰੋ, ਇੱਕ ਚੀਜ਼ ਨੂੰ ਵਾਰ-ਵਾਰ ਗਲਤੀ ਨਾ ਕਰੋ, ਫਿਰ ਉਹ ਚਲਾਕੀ ਬਣ ਜਾਏਗੀ। ਚਲਾਕੀਆਂ ਦੀ ਕੋਈ ਮਾਫੀ ਨਹੀਂ, ਗਲਤੀਆਂ ਦੀ ਮਾਫੀ ਹਰ ਵਾਰ। ਜਹਾਂ ਲੋਭ ਤਹਿ ਕਾਲ ਹੈ, ਜਹਾਂ ਖਿਮਾ ਤਹਿ ਆਪ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨ ਪਾਇਆ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨ ਪਾਇਆ। ਗੁਰੂ ਸਾਹਿਬ ਜੀ ਨੇ ਸਾਨੂੰ ਇਹ ਧਰਤੀ ਬਖਸ਼ੀ ਰਹਿਣ ਲਈ। ਕਿਤਨੀ ਸੁੰਦਰ ਹੈ। ਹਿੱਕ ਚੀਰ ਕੇ ਆਪਾਂ ਇਹਦੀ, ਹਿੱਕ ਪਾੜ ਕੇ ਅੰਨ ਉਗਾਉਂਦੇ ਆ। ਬੜਾ ਕੁਝ ਸਾਨੂੰ ਇਹ ਦਿੰਦੀ ਆ। ਇਹਦੀ ਹਿੱਕ ਚੀਰ ਕੇ ਹੀ ਪਾਣੀ ਕੱਢਿਆ ਜਾਂਦਾ। ਫਿਰ ਪਵਨ ਦਿੱਤੀ ਆ ਸਾਨੂੰ ਸਾਹ ਲੈਣ ਵਾਸਤੇ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਇਹਨਾਂ ਚੀਜ਼ਾਂ ਦੀਆਂ ਕਦਰਾਂ ਕਰਨੀਆਂ, ਇਹਨਾਂ ਦੀਆਂ ਕੀਮਤਾਂ ਜਾਣਨੀਆਂ ਸਿੱਖ ਦਾ ਫਰਜ਼ ਸੀ। ਸਭ ਕੁਝ ਘਰ 'ਚ ਸੀ, ਸਭ ਕੁਝ ਇੱਥੇ ਹੀ ਆ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਪਰ ਮਨ ਮੁਖਾਂ ਸਾਧ ਨਾ ਪਾਇਆ। ਮਨਮੁਖ ਬੰਦੇ ਇਹਨਾਂ ਦੀ ਕਦਰ ਨਹੀਂ ਜਾਣ ਸਕਦੇ। ਹਵਾ ਦੀ ਵੀ ਕਦਰ, ਪਵਨ ਦੀ ਵੀ ਕਦਰ, ਭਾਵ ਕੀ ਪਾਣੀ ਦੀ ਕਦਰ ਤੇ ਧਰਤੀ ਦੀ ਕਦਰ ਨਹੀਂ ਜਾਣ ਸਕਦੇ। ਦੇਖੋ ਮਹਾਰਾਜ ਸਾਫ਼-ਸਾਫ਼ ਕਹਿ ਰਹੇ ਨੇ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਦਿਨ ਰਾਤ ਦੋਏ ਦਾਈ ਦਾਇਆ, ਦਿਵਸ ਰਾਤ ਦੋਏ ਦਾਈ ਦਾਇਆ। ਦਿਨ ਤੇ ਰਾਤ ਦਾਈ ਤੇ ਦਾਇਆ ਨੇ। ਕਿਉਂਕਿ ਦਾਈ ਦਾ ਕੰਮ ਕੀ ਹੁੰਦਾ? ਬੱਚੇ ਨੂੰ ਸਵਾਉਣਾ, ਲੋਰੀਆਂ ਦੇ ਕੇ ਸੰਭਾਲ ਕਰਨੀ। ਰਾਤ ਕੀ ਕਰਦੀ ਆ? ਰਾਤ ਦਾਈ ਬਣ ਕੇ ਸਾਨੂੰ ਸਵਾਉਂਦੀ ਆ। ਦਾਏ ਦਾ ਕੰਮ ਕੀ ਹੁੰਦਾ? ਦਾਈ ਦਾ ਜੋ ਪਤੀ ਹੁੰਦਾ, ਉਹਦਾ ਹਸਬੈਂਡ ਹੁੰਦਾ, ਉਹਦਾ ਕੰਮ ਵੀ ਹੁੰਦਾ ਬੱਚੇ ਨੂੰ ਖਿਡਾਉਣਾ। ਤੇ ਦਿਨੇ ਆਪਾਂ ਕੀ ਕਰਦੇ ਆ? ਦਿਨ ਆਪਾਂ ਨੂੰ ਕੀ ਕਰਦਾ? ਖੇਡਾਂ ਹੀ ਖਿਡਾਉਂਦਾ ਨਾ ਸਾਰਾ ਦਿਨ। ਭੱਜ ਗਏ, ਇੱਧਰ ਉੱਠ ਕੇ ਆ ਗਏ। ਖੇਡਦਾ ਬੱਚਾ ਇੱਧਰ ਉੱਧਰ ਸੱਜੇ ਖੱਬੇ ਹੁੰਦਾ। ਇਹ ਦਿਨ ਐਸਾ ਹੈ, ਧੰਦਾ ਕਰਦੇ ਆ, ਇਹਦੇ ਵਿੱਚ ਭੱਜਦੇ ਆ, ਸੱਜਿਓਂ ਖੱਬੇ, ਖੱਬਿਓਂ ਸੱਜੇ, ਪੂਰਬ ਤੋਂ ਪੱਛਮ, ਪੱਛਮ ਤੋਂ ਦੱਖਣ, ਦੱਖਣ ਤੋਂ ਉੱਤਰ ਦੇ ਵੱਲ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਇਹ ਦਾਈ ਤੇ ਦਾਇਆ ਖਿਡਾਉਂਦੇ ਨੇ। ਦਿਨ ਤੇ ਰਾਤ ਦੁਨੀਆ ਖੇਡਦੀ ਆ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਵਾਹਿਗੁਰੂ ਕੇ ਦਰਬਾਰ ਦੇ ਵਿੱਚ ਬੰਦੇ ਦੇ ਚੰਗੇ ਕੰਮ, ਬੰਦੇ ਦੇ ਬੁਰੇ ਕੰਮ ਵਾਚੇ ਜਾਂਦੇ ਨੇ, ਦੇਖੇ ਜਾਂਦੇ ਨੇ, ਪੜ੍ਹੇ ਜਾਂਦੇ ਨੇ। ਉਹਨਾਂ ਨੂੰ ਦੇਖਿਆ ਜਾਂਦਾ, ਇਹ ਕਿਹੜੇ ਕਰਮ ਕਰਦਾ, ਕਿੰਨੇ ਨੇ ਚੰਗੇ ਕੀਤੇ, ਕਿੰਨੇ ਨੇ ਬੁਰੇ ਕੀਤੇ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਵਾਹਿਗੁਰੂ ਕੇ ਦਰਬਾਰ ਦੇ ਵਿੱਚ ਚੰਗਿਆਈਆਂ ਵੀ ਸਾਡੀਆਂ, ਸ਼ੁਭ ਕਰਮ ਵੀ, ਮਾੜੇ ਕਰਮ ਵੀ ਵਾਚੇ ਜਾਂਦੇ ਨੇ, ਦੇਖੇ ਜਾਂਦੇ ਨੇ ਵੀ ਕੀ ਕੀ ਇਹ ਕਰਦਾ ਹੈ। ਤੇ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਬੰਦੇ ਦੇ ਕਰਮ ਹੀ ਨੇ ਗੁਰੂ ਦੇ ਉਹਨੂੰ ਨੇੜੇ ਲਿਜਾ ਸਕਦੇ ਨੇ,
ਕਰਮ ਹੀ ਆ ਜਿਹੜੇ ਦੂਰ ਲੈ ਜਾਂਦੇ ਨੇ, ਤੇ ਦੂਰ ਹੋ ਜਾਂਦਾ ਬੰਦਾ। ਕਰਮਾਂ ਕਰਕੇ ਹੀ ਆ ਸਭ। ਕਰਮ ਹੀ ਬੁੱਧ ਨੂੰ ਕਹਿਣਾ ਪਿਆ, ਮਹਾਤਮਾ ਬੁੱਧ ਨੂੰ, ਕਰਮ ਹੀ ਭਗਵਾਨ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮ ਚੰਗੇ ਆ ਤੁਹਾਡੇ, ਕੰਮ ਚੰਗੇ ਨੇ ਤੁਹਾਡੇ, ਤੁਸੀਂ ਗੁਰੂ ਵਾਲੇ ਹੋ। ਕੰਮ ਮਾੜੇ ਨੇ, ਤੁਸੀਂ ਉਹ ਤੋਂ ਦੂਰ ਹੋ ਗਏ। ਕਰਮ ਭਾਉ ਭਗਤੀ ਵਾਲੇ ਨੇ, ਤੁਸੀਂ ਪਰਮਾਤਮਾ ਦੇ ਵਿੱਚ ਲੀਨ ਹੋ ਜਾਓਗੇ। ਕਰਮ ਨਫ਼ਰਤ ਵਾਲੇ ਨੇ, ਉਹ ਤੋਂ ਬੜੀ ਦੂਰੀ ਹੋ ਜਾਏਗੀ, ਜਨਮਾਂ ਜਨਮਾਂ ਦੀ ਦੂਰੀ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨ ਪਾਇਆ। ਜਿਉ ਕਸਤੂਰੀ ਮ੍ਰਿਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਜਿਉ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਇੱਥੇ ਖੁਦ ਗੁਰੂ ਅਮਰਦਾਸ ਜੀ ਉਦਾਹਰਨ ਦੇ ਰਹੇ ਨੇ। ਮ੍ਰਿਗ ਕਹਿੰਦੇ ਨੇ ਹਿਰਨ ਨੂੰ। ਹਿਰਨ ਇੱਕ ਜਾਨਵਰ ਹੈ, ਉਹਦੀ ਨਾਭੀ ਵਿੱਚ ਕਸਤੂਰੀ ਹੁੰਦੀ ਆ, ਜਿਉਂ ਕਸਤੂਰੀ। ਉਹਦੇ ਵਿੱਚੋਂ ਜਦੋਂ ਫ੍ਰੈਗਰੈਂਸ ਆਉਂਦੀ ਆ, ਬਹੁਤ ਜ਼ਿਆਦਾ ਸਮੈਲ ਆਉਂਦੀ ਆ, ਉਹਨੂੰ ਭਾਵ ਕਿ ਵਾਸ਼ਨਾ ਆਉਂਦੀ ਆ, ਖੁਸ਼ਬੂ ਆਉਂਦੀ ਆ, ਉਹ ਮਦਹੋਸ਼ ਹੋ ਜਾਂਦਾ। ਉਹਦੀ ਨਾਭੀ ਚੋਂ ਹੀ ਆਉਂਦੀ ਆ, ਉਹ ਲੱਭਦਾ, ਉਹਦੀ ਧੁੰਨੀ 'ਚ ਹੁੰਦੀ ਆ ਵਾਸ਼ਨਾ, ਪਰ ਉਹਨੂੰ ਸਮਝ ਨਹੀਂ ਆਉਂਦੀ ਵਿਚਾਰੇ ਨੂੰ ਕਿ ਆ ਕਿੱਥੋਂ ਰਹੀ ਆ। ਉਹ ਸਾਰੇ ਜੰਗਲ 'ਚ ਲੱਭਦਾ ਉਹਨੂੰ, ਸੱਜੋਂ ਖੱਬੇ ਉਹ ਵੀ ਵਿਚਾਰਾ ਜਾਂਦਾ। ਵਿਦਵਾਨ ਤਾਂ ਇੱਥੋਂ ਤੱਕ ਕਹਿੰਦੇ ਨੇ ਜਦੋਂ ਉਹ ਆਉਂਦੀ ਆ ਨਾ, ਤੇ ਉਹ ਦਰਖਤਾਂ 'ਚ ਵੀ ਸਿਰ ਮਾਰਦਾ ਆਪਣਾ, ਵੀ ਲੱਭ ਨਹੀਂ ਰਹੀ ਇਹ ਚੀਜ਼, ਇਹ ਹੈ ਕਿੱਥੋਂ ਆ ਰਹੀ ਆ, ਆਉਂਦੀ ਉਹਦੇ ਅੰਦਰੋਂ ਹੀ ਆ। ਇਹ ਤਾਂ ਹਿਰਨ ਦੀ ਉਦਾਹਰਨ ਆ, ਉਹਨੂੰ ਨਹੀਂ ਪਤਾ। ਮਹਾਰਾਜ ਕਹਿੰਦੇ ਬੰਦਿਆ, ਜਿਵੇਂ ਹਿਰਨ ਨੂੰ ਨਹੀਂ ਪਤਾ ਨਾ, ਕਸਤੂਰੀ ਉਹਦੇ ਪੇਟ ਅੰਦਰ ਹੀ ਆ, ਨਾਭੀ 'ਚ ਹੀ ਆ, ਤੇ ਤੈਨੂੰ ਵੀ ਥੋੜ੍ਹੀ ਪਤਾ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਜਿਵੇਂ ਹਿਰਨ ਨੂੰ ਨਹੀਂ ਪਤਾ, ਤੈਨੂੰ ਵੀ ਪਤਾ ਨਹੀਂ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨ ਪਾਇਆ। ਕਿ ਤੇਰੇ ਅੰਦਰ ਹੀ ਸਵਰਗ ਆ, ਤੇਰੇ ਅੰਦਰ ਹੀ ਸਭ ਕੁਝ ਆ। ਸਭ ਕਿਛ ਘਰ ਮੈਂ ਬਾਹਰ ਨਾਹੀ। ਅੰਮ੍ਰਿਤ ਤਜ ਬਿਖ ਸੰਗ ਰਹਿ, ਕਰਤੈ ਆਪ ਖਵਾਇਆ। ਗੁਰਮੁਖ ਵਿਰਲੇ ਸੋਝੀ ਪਈ, ਤਿਨਾ ਅੰਦਰ ਬ੍ਰਹਮ ਦਿਖਾਇਆ। ਅੰਮ੍ਰਿਤ ਤਜ ਬਿਖ ਸੰਗ ਰਹਿ, ਕਰਤੈ ਆਪ ਖਵਾਇਆ। ਇਵੇਂ ਗੁਰੂ ਮਹਾਰਾਜ ਨੇ ਜਿਹੜੇ ਇਸ ਨਾਮ ਨੂੰ ਬੁਰਕੀ ਤੋੜ ਕੇ ਇਨਸਾਨ ਦੇ ਮੂੰਹ 'ਚ ਪਾ ਸਕਦੇ ਨੇ, ਜਿਹੜੇ ਬਖਸ਼ਿਸ਼ ਕਰ ਸਕਦੇ ਨੇ। ਆਪਾਂ ਕੀ ਕਰ ਸਕਦੇ ਹਾਂ? ਆਪਾਂ ਨਾਮ ਜਪ ਸਕਦੇ ਹਾਂ, ਵਾਹਿਗੁਰੂ ਕਹਿ ਸਕਦੇ ਹਾਂ। ਕਈ ਹੋਈ ਚੀਜ਼ ਰਸ ਬਣੇ ਨਾ ਬਣੇ, ਇਹ ਕਰਤੈ ਆਪ ਖਵਾਇਆ। ਇਹ ਉਹਦੀ ਮਰਜ਼ੀ ਆ ਕਿ ਉਹ ਖਾਧੀ ਚੀਜ਼ ਪਚਣੀ ਆ ਕਿ ਨਹੀਂ। ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਮੈਂ ਬਾਣੀ ਪੜ੍ਹ ਰਿਹਾ, ਹੁਣ ਕੀ ਪਤਾ ਪੜ੍ਹੀ ਹੋਈ ਗਲੇ ਤੋਂ ਥੱਲੇ ਜਾਣੀ ਆ ਕਿ ਨਹੀਂ। ਮੈਂ ਵਾਹਿਗੁਰੂ ਕਹਿ ਰਿਹਾ, ਕੀ ਪਤਾ ਇਹ ਗਲੇ 'ਚ ਹੀ ਰਹਿ ਜਾਣਾ, ਹਵਾ 'ਚ ਉੱਡ ਜਾਣਾ, ਕਿ ਥੱਲੇ ਵੀ ਮੇਰੇ ਉਤਰੂਗਾ, ਅੰਦਰ ਦਿਲ 'ਚ ਉਤਰੂਗਾ ਕਿ ਨਹੀਂ। ਗੁਰਮੁਖ ਵਿਰਲੇ ਸੋਝੀ ਪਈ, ਤਿਨਾ ਅੰਦਰ ਬ੍ਰਹਮ ਦਿਖਾਇਆ। ਉਹ ਵਿਰਲੇ ਨੇ ਜਿਨ੍ਹਾਂ ਨੂੰ ਇਹ ਸੋਝੀ ਪਈ ਆ। ਕਿਸ ਗੱਲ ਦੀ? ਬਿਨ ਨਾਵੈ ਜਗ ਕਮਲਾ ਫਿਰੈ। ਨਾਮ ਤੋਂ ਬਿਨਾਂ ਦੁਨੀਆ ਕਮਲੀ ਆ, ਝੱਲਿਆਂ ਵਾਂਗ ਫਿਰਦੀ ਆ, ਧੰਦਾ ਕਰਦੀ ਆ, ਨੇਫਲ ਜਨਮ ਵੀ ਗਵਾਉਂਦੀ ਆ। ਧੰਦਾ ਕਰਤੇ ਆ, ਨੇਫਲ ਜਨਮ ਗਵਾਇਆ। ਗੁਰਮੁਖ ਵਿਰਲੇ ਸੋਝੀ ਪਈ। ਕਿਸੇ ਕਿਸੇ ਗੁਰਮੁਖ ਨੂੰ ਸੋਝੀ ਪਈ ਆ ਕਿਸ ਗੱਲ ਦੀ? ਕਿ ਲੋੜਾਂ ਦੀ ਪੂਰਤੀ ਹੋ ਸਕਦੀ ਆ, ਇਛਾਵਾਂ ਦੀ ਪੂਰਤੀ ਨਹੀਂ ਹੋ ਸਕਦੀ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ। ਮੈਂ ਇੱਕ ਪੁਸਤਕ ਪੜ੍ਹ ਰਿਹਾ ਸੀ, ਕਿਤਾਬ ਦਾ ਨਾਮ ਹੈ ਰੱਬ ਦੇ ਡਾਕੀਏ। ਬੜੀ ਖੂਬਸੂਰਤ ਹੈ। ਉਹਦੇ ਵਿੱਚ ਉਹ ਜਿਹੜਾ ਲੇਖਕ ਆ ਨਾ, ਤੇ ਉਹਦਾ ਕੋਈ ਆਪਣਾ ਤਜਰਬਾ ਹੈ। ਉਹਨੇ ਆਪਣੀ ਜ਼ਿੰਦਗੀ ਜਿਹੜੀ ਜਾਪਾਨ ਵਿੱਚ ਜ਼ਿਆਦਾ ਲੰਘਾਈ ਆ, ਉੱਥੋਂ ਫਿਰ ਕੇ ਉਹਨੇ ਕੁਝ ਸਰੋਤ ਇਕੱਠੇ ਕੀਤੇ। ਭਾਗਵਤ ਗੀਤਾ ਦਾ ਅਨੁਵਾਦ, ਬੁੱਧ ਜੀ ਦੇ ਗ੍ਰੰਥਾਂ ਦਾ ਅਨੁਵਾਦ ਬੜਾ ਉਹਨੇ ਸਰਲ ਤਰੀਕੇ 'ਚ ਕਰਕੇ ਦਿੱਤਾ। ਉਹਦੀ ਇੱਕ ਦੇਣ ਆ, ਪਰਮਿੰਦਰ ਸੋਢੀ ਉਹਦਾ ਨਾਮ ਹੈ।
ਉਹ ਕੁਝ ਗਥਾਵਾਂ ਲਿਖਦਾ, ਜਿਹਦੇ ਵਿੱਚ ਉਹਨੇ ਗਾਥਾ ਲਿਖੀ, ਮੈਨੂੰ ਬੜੀ ਸੋਹਣੀ ਲੱਗੀ। ਉਹ ਕਹਿੰਦੇ ਇੱਕ ਫਕੀਰ ਸੀ ਕੋਈ, ਇੱਕ ਦਿਨ ਰਸਤੇ 'ਚ ਜਾ ਰਿਹਾ ਸੀ, ਮੱਠ ਦੇ ਵਿੱਚ ਰਹਿੰਦਾ ਸੀ, ਮੱਠ ਦੇ ਵਿੱਚ ਰਹਿੰਦਾ ਸੀ, ਜਾ ਰਿਹਾ ਸੀ ਤੇ ਇੱਕ ਦੁਕਾਨ ਤੇ ਟੋਕਰੀ ਵਿੱਚ ਕੁਝ ਖਜੂਰਾਂ ਪਈਆਂ ਉਹਨੇ ਦੇਖੀਆਂ। ਮਨ ਕੀਤਾ ਕਿ ਕਾਸ਼ ਮੇਰੇ ਕੋਲ ਪੈਸੇ ਹੁੰਦੇ, ਦਮੜੇ ਹੁੰਦੇ ਤੇ ਮੈਂ ਲੈ ਕੇ ਖਾ ਲੈਂਦਾ। ਭਗਤ ਕਬੀਰ ਜੀ ਜਿਵੇਂ ਕਹਿੰਦੇ ਨੇ, ਗ੍ਰਹਿ ਸੋਭਾ ਜਾਂ ਕਹਿ ਰੇ ਨਾਹੇ, ਆਵਤ ਪਹੀਆ ਖੁਦੇ ਜਾਹੇ। ਕਹਿੰਦੇ ਬੰਦੇ ਕੋਲ ਜੇ ਪੈਸਾ ਨਾ ਹੋਵੇ ਤਾਂ ਉਹ ਆਪ ਕੀ ਖਾਊਗਾ। ਜੇ ਘਰੇ ਮਹਿਮਾਨ ਆ ਗਏ ਉਹ ਵੀ ਭੁੱਖੇ ਹੀ ਜਾਣਗੇ, ਉਹ ਵੀ ਭੁੱਖੇ ਹੀ ਮੁੜ ਜਾਣਗੇ। ਪੈਸਾ ਬੜਾ ਜ਼ਰੂਰੀ ਅੰਗ ਹੈ ਬੰਦੇ ਦਾ, ਪਰ ਉਹਦੇ ਨਾਲ ਪਰ ਇੰਨਾ ਜ਼ਰੂਰੀ ਨਹੀਂ ਕਿ ਤੁਸੀਂ ਗੁਰੂ ਨਹੀਂ ਭੁੱਲ ਜਾਓ ਇਹਦੇ ਕਰਕੇ। ਇੰਨਾ ਵੀ ਜ਼ਰੂਰੀ ਨਹੀਂ, ਬੜਾ ਜ਼ਰੂਰੀ ਆ, ਬਹੁਤ ਅਹਿਮੀਅਤ ਰੱਖਦਾ, ਪਰ ਇੰਨਾ ਨਹੀਂ ਕਿ ਇਹਦੇ ਲਈ ਤੁਸੀਂ ਦੁਨੀਆ ਦੀ ਉਹ ਚੀਜ਼ ਭੁੱਲ ਜਾਓ ਜਿਹਨੂੰ ਤੁਸੀਂ ਕਰਨ ਆਏ। ਬਿਨ ਨਾਵੈ ਜਗ ਕਮਲਾ ਫਿਰੈ। ਤਾਂ ਉਹਦਾ ਮਨ ਕੀਤਾ ਕਾਸ਼ ਮੇਰੇ ਕੋਲ ਪੈਸੇ ਹੁੰਦੇ, ਮੇਰਾ ਮਨ ਅੱਜ ਕਰਦਾ ਮੈਂ ਖਜੂਰਾਂ ਖਾਵਾਂ, ਤੇ ਘਰੇ ਚਲਾ ਗਿਆ, ਮੱਠ 'ਚ ਚਲਿਆ ਗਿਆ। ਜਦੋਂ ਸੁੱਤਾ ਅੰਦਰ ਖਜੂਰਾਂ ਹੀ ਖਜੂਰਾਂ ਹੋ ਰਹੀਆਂ ਨੇ, ਸੌਂ ਰਿਹਾ, ਭੋਜਨ ਛਕ ਰਿਹਾ, ਉਹੀ ਅੰਦਰ ਚੱਲ ਰਹੀ ਆ ਗੱਲ। ਕਈ ਵਾਰੀ ਦੇਖਿਓ ਤੁਸੀਂ, ਇੱਕ ਚੀਜ਼ ਤੁਹਾਡੇ ਅੰਦਰ ਚੱਲਦੀ ਆ ਵਾਰ-ਵਾਰ, ਉਹ ਬੜੀ ਖਤਰਨਾਕ ਹੁੰਦੀ ਆ ਜੇ ਉਹ ਨੈਗੇਟਿਵ ਚੀਜ਼ ਆ। ਪੋਜ਼ਿਟਿਵ ਤਾਂ ਵਾਹਿਗੁਰੂ ਦਾ ਨਾਮ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਵੀ ਰਿਪੀਟ 'ਚ ਆ, ਇਹ ਨਹੀਂ ਮਾੜਾ। ਪੋਜ਼ਿਟਿਵ ਚੀਜ਼ ਨਹੀਂ ਮਾੜੀ, ਨੈਗੇਟਿਵ ਚੀਜ਼ ਜਦੋਂ ਤੁਹਾਡੇ ਅੰਦਰ ਵਾਰੀ ਕਰਕੇ ਹੋਈ ਜਾਂਦੀ ਆ, ਉਦੋਂ ਗੁਰੂ ਕੇ ਪਿਆਰਿਓ ਬੜੀ ਮਾੜੀ ਹੋ ਜਾਂਦੀ ਆ। ਕਹਿੰਦੇ ਤੁਹਾਡੇ ਨਾਲ ਕੁਝ ਮਾੜਾ ਹੋਇਆ ਸੀ, ਇਹ ਇਤਨਾ ਮਾੜਾ ਨਹੀਂ, ਤੁਸੀਂ ਵਾਰ-ਵਾਰ ਉਹਨੂੰ ਨਿੱਤ ਸੋਚੀ ਜਾਂਦੇ ਹੋ, ਇਹ ਬੜਾ ਮਾੜਾ। ਇਹਨੇ ਤੁਹਾਨੂੰ ਇੱਦਾਂ ਦਾ ਬਣਾ ਦੇਣਾ ਕਿ ਤੁਹਾਡੀ ਜਿਹੜੀ ਸਕਾਰਾਤਮਕ ਸੋਚ ਆ, ਜਿਹੜੀ ਚੰਗੀ ਸੋਚ ਆ, ਚੜ੍ਹਦੀ ਕਲਾ ਵਾਲੀ, ਉਹਨੂੰ ਖਤਮ ਕਰ ਦੇਗਾ। ਤਾਂ ਉਹਦੇ ਅੰਦਰ ਉਹ ਖਜੂਰਾਂ ਹੀ ਖਜੂਰਾਂ ਸਨ, ਉਵੇਂ ਹੋਣ ਲੱਗ ਗਿਆ ਅੰਦਰ। ਤਾਂ ਉਦੋਂ ਬਾਅਦ ਫਿਰ ਉਹਨੇ ਆਖਿਆ ਕਿ ਮੈਂ ਤਾਂ ਸਵੇਰੇ ਜਿਵੇਂ ਮਰਜ਼ੀ ਇਹ ਖਾਣੀਆਂ ਹੀ ਖਾਣੀਆਂ ਨੇ। ਤਾਂ ਉਹਦੇ ਲਈ ਪੈਸੇ ਚਾਹੀਦੇ ਸੀ, ਤਾਂ ਸੋਚਿਆ ਕੀ ਕਰਾਂ। ਸਵੇਰੇ ਉੱਠਿਆ, ਜਦੋਂ ਉੱਠਦਾ ਹੈ, ਉੱਠ ਕੇ ਉਸਨੇ ਕੀ ਕੀਤਾ, ਸੁੱਕੀਆਂ ਲੱਕੜਾਂ ਜੰਗਲ ਦੇ ਵਿੱਚੋਂ ਇਕੱਠੀਆਂ ਕੀਤੀਆਂ। ਉਹ ਬੁੱਢੇ ਫਕੀਰ ਨੇ ਇਕੱਠੀਆਂ ਕਰਕੇ ਮੋਢਿਆਂ ਤੇ ਰੱਖ ਲਈਆਂ। ਭਾਰ ਬੜਾ ਵੱਧ ਗਿਆ, ਇਤਨਾ ਵਧਿਆ ਸਾਹ ਚੜ ਗਿਆ। ਫਿਰ ਥੱਲੇ ਰੱਖਦੀ ਪੰਡ, ਫਿਰ ਚੁੱਕ ਲਈ, ਫਿਰ ਅੱਗੇ ਜਾ ਰਿਹਾ। ਤੇ ਉਹਨੇ ਉਹ ਵੇਚ ਕੇ ਤੇ ਅੰਤ ਵਿੱਚ ਪੈਸੇ ਲੈ ਲਏ। ਪੈਸੇ ਉਹਨੂੰ ਮਿਲ ਗਏ, ਜਿੰਨੇ ਚਾਹੀਦੇ ਸੀ ਉਹਨੇ ਮਿਲ ਗਏ। ਤੇ ਉਹ ਮਨ ਜਿਹੜਾ ਉਹਦਾ ਕਰਦਾ ਸੀ ਖਾਣ ਨੂੰ ਖਜੂਰਾਂ, ਉਹ ਵੀ ਖਰੀਦ ਲਈਆਂ। ਪਰ ਉਹਦੇ ਮਨ ਵਿੱਚ, ਜਿਵੇਂ ਇੱਥੇ ਮਹਾਰਾਜ ਕਹਿੰਦੇ, ਗੁਰਮੁਖ ਜਿਹੜੇ ਹੁੰਦੇ ਨੇ, ਵਿਰਲੇ ਸੋਝੀ ਪਈ। ਉਹਦਾ ਮਨ ਅੰਦਰੋਂ, ਉਹਦੀ ਆਤਮਾ ਦੀ ਆਵਾਜ਼ ਆਈ, ਕਹਿੰਦਾ ਮਨਾ, ਤੇਰੇ ਮਨ ਨੇ ਅੱਜ ਖਜੂਰਾਂ ਮੰਗੀਆਂ, ਕੱਲ ਨੂੰ ਕੱਪੜੇ ਮੰਗੂਗਾ ਮਹਿੰਗੇ, ਪਰਸੋਂ ਨੂੰ ਕੁਝ ਹੋਰ ਮੰਗੂਗਾ, ਚੌਥੇ ਕੋਠੀ ਮੰਗੂਗਾ। ਇਹਨੇ ਤਾਂ ਮੰਗੀ ਜਾਣਾ। ਇਹ ਤਾਂ ਇੱਕ ਕੂਕਰ ਦੇ ਵਾਂਗ ਬੋਲੀ ਜਾਂਦਾ। ਅੱਜ ਖਜੂਰਾਂ, ਕੱਲ ਹੋਰ ਕੱਪੜੇ, ਪਰਸੋਂ ਕੋਠੀ, ਫਿਰ ਟਾਂਗਾ, ਫਿਰ ਗੱਡਾ, ਇੱਦਾਂ ਇਹਨੇ ਮੰਗਣਾ। ਪੁਰਾਣਾ ਜ਼ਮਾਨਾ ਉਹਨਾਂ ਦੀ ਗੱਲ ਆ। ਕਹਿੰਦਾ ਨਹੀਂ, ਇਹਨੂੰ ਇੱਥੇ ਹੀ ਰੋਕ ਦਿਓ। ਮਨਮੁਖ ਖਾਧੇ ਗੁਰਮੁਖ ਉਭਰੇ। ਰਸਤੇ ਵਿੱਚ ਤੁਰਿਆ ਜਾ ਰਿਹਾ, ਖਜੂਰਾਂ ਹੱਥ 'ਚ ਨੇ, ਖਾਧੀਆਂ ਨਹੀਂ। ਇੱਕ ਗਰੀਬ ਵਿਅਕਤੀ ਮਿਲਿਆ, ਉਹਨੂੰ ਦੇ ਦਿੱਤੀਆਂ। ਕਹਿੰਦਾ ਮੈਂ ਨਹੀਂ ਖਾਵਾਂਗਾ। ਪੁੱਛਿਆ ਕੀ ਹੋ ਗਿਆ ਮਨਾ? ਇੰਨੀ ਮਸ਼ੱਕਤ ਕੀਤੀ, ਲੱਕੜਾਂ ਚੁਗ ਕੇ ਸਭ ਇਕੱਠਾ ਕੀਤਾ ਤੇ ਅੱਜ ਖਾ ਨਹੀਂ ਰਿਹਾ। ਆਖਿਆ ਜੇ ਅੱਜ ਮਨ ਦਾ ਕਹਿਣਾ ਮੰਨ ਲਿਆ ਨਾ, ਅੱਜ ਮਨ ਪਿੱਛੇ ਲੱਗ ਗਿਆ, ਕੱਲ ਨੂੰ ਵੀ ਇਹ ਪਿੱਛੇ ਲਾਊਗਾ, ਪਰਸੋਂ ਨੂੰ ਵੀ ਲਾਊਗਾ। ਫਿਰ ਕੀ ਕਹਿਣਾ? 40 ਦਿਨਾਂ 'ਚ ਬੰਦੇ ਦੀ ਆਦਤ ਪੱਕਦੀ ਆ। ਮੇਰੀ ਤਾਂ ਸਾਰੀ ਜ਼ਿੰਦਗੀ ਇਵੇਂ ਲੰਘ ਜੂਗੀ। ਮਨਮੁਖ ਖਾਧੇ, ਮੈਂ ਤਾਂ ਮਨ ਪਿੱਛੇ ਹੀ ਲੱਗ ਜੂ। ਤਾਂ ਜਿਸ ਦਿਨ ਤੁਸੀਂ ਮਨ ਪਿੱਛੇ ਇੱਕ ਦਿਨ ਲੱਗਦੇ ਹੋ, ਉਹ ਇੱਕ ਦਿਨ ਨਹੀਂ ਲੱਗਦੇ, ਉਹ ਅਗਲੀਆਂ ਚੀਜ਼ਾਂ ਨੂੰ ਸੱਦਾ ਦੇ ਰਹੇ ਹੁੰਦੇ ਹੋ।
ਅੱਜ ਕੋਈ ਮਾੜੀ ਚੀਜ਼ ਕਰ ਰਹੇ ਹੋ ਨਾ, ਉਹਨੂੰ ਸੱਦਾ ਦੇ ਰਹੇ ਹੋ ਅਗਲੀ ਵਾਰ ਮਾੜਾ ਕਰ ਦੇਣਾ। ਅੱਜ ਕੁਝ ਚੰਗਾ ਕਰ ਰਹੇ ਹੋ, ਸੱਦਾ ਦੇ ਰਹੇ ਹੋ ਅੱਗੇ ਚੰਗਾ ਕਰ ਦੇਣਾ। ਇੱਕ ਮਾੜੀ ਚੀਜ਼ ਨਹੀਂ, ਉਹ ਆਪਣੇ ਨਾਲ ਹਜ਼ਾਰਾਂ ਮਾੜੀਆਂ ਚੀਜ਼ਾਂ ਲੈ ਕੇ ਆਉਂਦੀ ਆ। ਇੱਕ ਚੰਗੀ ਚੀਜ਼, ਚੰਗੀ ਆਦਤ ਨਹੀਂ, ਹਜ਼ਾਰਾਂ ਚੰਗੀਆਂ ਆਦਤਾਂ ਲੈ ਕੇ ਆਉਂਦੀ ਆ। ਚੰਗੀਆਂ ਆਦਤਾਂ ਮਹਿੰਗੀਆਂ ਨਹੀਂ ਹੁੰਦੀਆਂ, ਮਹਿੰਗੀਆਂ ਆਦਤਾਂ ਚੰਗੀਆਂ ਨਹੀਂ ਹੁੰਦੀਆਂ। ਗੁਰਮੁਖ ਵਿਰਲੇ ਸੋਝੀ ਪਈ, ਤਿਨਾਂ ਅੰਦਰ ਬ੍ਰਹਮ ਦਿਖਾਇਆ। ਇਹ ਗੁਰਮੁਖਾਂ ਨੂੰ ਸਮਝ ਪਈ ਹੈ ਇਸ ਗੱਲ ਦੀ ਕਿ ਪੈਸਾ ਲੋੜ ਆ, ਇਦੋਂ ਵੱਧ ਕੁਝ ਨਹੀਂ। ਪੈਸੇ ਨਾਲ ਸਹੂਲਤਾਂ ਆ ਜਾਣਗੀਆਂ, ਪਰ ਇਹਨੂੰ ਮੈਂ ਸਿਰ ਤੇ ਨਹੀਂ ਬਿਠਾਉਣਾ। ਸਿਰ ਤੇ ਬਿਠਾਉਣ ਲਈ ਤਾਂ ਮੇਰਾ ਗੁਰੂ ਆ। ਪੈਸਾ ਜੇਬ 'ਚ ਹੋਵੇ, ਖਾਤਿਆਂ 'ਚ ਹੋਵੇ, ਬੜੀ ਚੰਗੀ ਗੱਲ ਹੈ। ਪੈਸਾ ਦਿਮਾਗ 'ਚ ਨਾ ਲੈ ਆਇਓ, ਕਦੇ ਦਿਲ 'ਚ ਨਾ ਵਸਾਲਿਓ। ਕੀ ਹੋ ਜਾਊਗਾ? ਇਹਦੇ ਦੰਦ ਨਿਕਲ ਆਉਣੇ ਨੇ ਫਿਰ। ਤੇ ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾ ਜਗ ਖਾਇਆ। ਇਹਨੇ ਬਿਨਾਂ ਦੰਦਾਂ ਤੋਂ ਹੀ ਤੁਹਾਨੂੰ ਨਿਗਲ ਜਾਣਾ ਹੈ, ਬਿਨਾਂ ਦੰਦਾਂ ਤੋਂ ਇਹਨੇ ਤੁਹਾਨੂੰ ਖਾ ਜਾਣਾ ਹੈ। ਅੱਗੇ ਪਾਤਸ਼ਾਹ ਜੀ ਕਹਿੰਦੇ ਨੇ, ਤਨ ਮਨ ਸੀਤਲ ਹੋਇਆ, ਰਸਨਾ ਹਰ ਸਾਧ ਆਇਆ। ਸ਼ਬਦੇ ਹੀ ਨਾ ਊਪਜੈ, ਸ਼ਬਦੇ ਮੇਲ ਮਿਲਾਇਆ। ਭਾਈ ਵੀਰ ਸਿੰਘ ਜੀ ਨੂੰ ਕਿਸੇ ਨੇ ਇੱਕ ਵਾਰ ਪੁੱਛਿਆ ਸੀ, ਕਹਿੰਦੇ ਵਾਹਿਗੁਰੂ ਕਿਹਾ ਹੋਇਆ ਸਫਲ ਹੋ ਗਿਆ, ਕਿਵੇਂ ਪਤਾ ਲੱਗੇਗਾ ਜੀ? ਇਹਦੀ ਪਛਾਣ ਕਿਵੇਂ ਆ? ਮੈਂ ਵਾਹਿਗੁਰੂ ਕਿਹਾ ਤੇ ਕਬੂਲ ਹੋ ਗਿਆ। ਜਵਾਬ ਬੜਾ ਸੁੰਦਰ ਸੀ। ਕਹਿੰਦੇ ਇੱਕ ਵਾਰੀ ਕਿਹਾ ਵਾਹਿਗੁਰੂ, ਜੇ ਦੂਜੀ ਵਾਰੀ ਕਹਿਣ ਨੂੰ ਦਿਲ ਕਰ ਗਿਆ ਨਾ, ਤਾਂ ਸਮਝੀ ਪਹਿਲੀ ਵਾਰ ਵਾਲਾ ਸਫਲ ਹੋ ਗਿਆ। ਦੂਜੀ ਵਾਰ ਜੇ ਕਹਿ ਕੇ ਤੀਜੀ ਵਾਰ ਚਿੱਤ ਕਰਿਆ ਆ, ਤਾਂ ਦੂਜੀ ਵਾਰ ਕਿਹਾ ਹੋਇਆ ਸਫਲ ਹੋ ਗਿਆ। ਸ਼ਬਦੇ ਹੀ ਨਾ ਉਪਜੈ, ਵਾਹਿਗੁਰੂ ਕਹਿ ਕੇ ਹੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ। ਨਾਮ ਉਪਜਦਾ ਹੈ ਕਿੱਥੋਂ? ਬੰਦੇ ਦੇ ਅੰਦਰੋਂ। ਸਭ ਕਿਛ ਘਰ ਮੈਂ ਬਾਹਰ ਨਾਹੀ, ਬਿਨ ਸ਼ਬਦੈ ਸਭ ਜਗ ਬਉਰਾਨਾ, ਬਿਰਥਾ ਜਨਮ ਗਵਾਇਆ। ਵਾਹਿਗੁਰੂ ਤੋਂ ਬਿਨਾਂ, ਉਹਦੇ ਸਿਮਰਨ ਬਿਨਾਂ ਜਗ ਦੁਨੀਆ ਬਉਰਾਨਾ ਕਹਿੰਦੇ ਨੇ ਝੱਲਿਆਂ ਨੂੰ, ਕਮਲੀ ਆ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਅੰਮ੍ਰਿਤ ਰੂਪੀ ਜਿਹੜਾ ਸ਼ਬਦ ਹੈ, ਉਹ ਵਾਹਿਗੁਰੂ ਦਾ ਪਹਿਲਾ ਅੱਖਰ, ਗੁਰਬਾਣੀ ਦਾ, ਗੁਰੂ ਸਾਹਿਬ ਜੀ ਦਾ ਇੱਕ ਹੀ ਆ। ਪ੍ਰਮਾਤਮਾ ਇੱਕ ਆ, ਉਹਦਾ ਨਾਮ ਇੱਕ ਆ। ਉਹਨੂੰ ਬਦਲ ਬਦਲ ਕੇ ਭਗਤ ਪਿਆਰ ਦੇ ਨਾਲ ਕਹਿੰਦੇ ਨੇ। ਸੂਰਜ ਇੱਕ ਆ, ਤੁਸੀਂ ਸੰਨ ਕਹਿ ਲਓ, ਸੂਰਿਆ ਕਹਿ ਲਓ, ਭਾਨੂੰ ਕਹਿ ਲਓ, ਰਵੀ ਕਹਿ ਲਓ, ਵੱਖ ਵੱਖ ਕਹੀ ਚੱਲੋ, ਸੂਰਜ ਨੇ ਸੂਰਜ ਹੀ ਰਹਿਣਾ। ਭਗਤ ਰਾਮ ਕਹਿੰਦੇ ਨੇ, ਗੋਬਿੰਦ ਕਹਿੰਦੇ ਨੇ, ਬੀਠਲ ਕਹਿੰਦੇ ਨੇ, ਅੱਲਾ ਕਹਿੰਦੇ ਨੇ, ਖੁਦਾ ਕਹਿੰਦੇ ਨੇ, ਈਸ਼ਵਰ ਕਹਿੰਦੇ ਨੇ। ਜਿੰਨੇ ਮਰਜ਼ੀ ਨਾਮ ਰੱਖ ਲਓ, ਉਹਨੇ ਇੱਕ ਹੀ ਰਹਿਣਾ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਪੌੜੀ ਸੋ ਹਰ ਪੁਰਖ ਅਗੰਮ ਹੈ, ਕੋ ਕਿਤ ਬਿਦ ਪਾਈਐ। ਤਿਸ ਰੂਪ ਨ ਰੇਖ ਅਦ੍ਰਸ਼ਟ, ਕਹੋ ਜਨ ਕਿਉ ਧਿਆਈਐ। ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਐ। ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ। ਪਰਮਾਤਮਾ ਇਹ ਗੱਲਾਂ ਜਿਹਨੂੰ ਆਪ ਬੁਝਾ ਦੇਵੇ, ਜਣਾ ਦੇਵੇ, ਸਮਝਾ ਦੇਵੇ, ਉਹ ਕਰਤੇ ਪੁਰਖ ਦੇ ਸੰਬੰਧ ਵਿੱਚ ਉਹ ਨਿਰੰਕਾਰ ਆ, ਉਹ ਨਿਰੰਜਨ ਆ, ਕਾਲਖ ਤੋਂ ਪਰੇ ਆ। ਉਹਦਾ ਨਾਮ ਵੀ ਇੱਦਾਂ ਹੀ ਆ। ਉਹ ਇਹ ਚੀਜ਼ਾਂ ਨੂੰ ਸਮਝਦਾ ਹੈ। ਗੁਰ ਪੂਰੇ ਵੇਖਾਲਿਆ, ਗੁਰ ਸੇਵਾ ਪਾਈਐ। ਪੂਰੇ ਕਾ ਕੀਆ ਸਭ ਕਿਛ ਬੂਰਾ, ਘੱਟ ਵੱਧ ਕਿਛ ਨਾਹੀ। ਐਸੇ ਮਾਲਕ ਦੇ ਚਰਨਾਂ ਨਾਲ ਜਿਹੜਾ ਜੁੜਦਾ ਹੈ, ਉਹ ਇਹਨਾਂ ਚੀਜ਼ਾਂ ਨੂੰ ਸੰਗਤ ਵਿੱਚੋਂ ਹੀ ਸਮਝਦਾ। ਸੰਗਤ ਵਿੱਚ ਹੀ ਸੇਵਾ ਹੁੰਦੀ ਆ। ਗੁਰੂ ਨੂੰ ਸੁਣਨਾ ਸੇਵਾ ਹੀ ਆ, ਗੁਰੂ ਨੂੰ ਪੜ੍ਹਨਾ ਸੇਵਾ ਹੀ ਆ। ਬੰਦਾ ਜਦੋਂ ਇਉਂ ਕਰਦਾ ਸੇਵਾ, ਉਹਨੂੰ ਪਤਾ ਲੱਗਦਾ ਇਹ ਗੁਰੂ ਦੀ ਸੇਵਾ ਨਹੀਂ, ਗੁਰਬਾਣੀ ਪੜ੍ਹ ਕੇ ਮੈਂ ਆਪ ਦੀ ਸੇਵਾ ਆਪ ਕਰ ਲਈ। ਨਾਮ ਜਪਣਾ ਇੱਕ ਸੇਵਾ, ਗੁਰੂ ਦੀ ਸੇਵਾ ਹੈ। ਪਹਿਲਾਂ ਲੱਗੇਗਾ, ਜਦੋਂ ਕਰੋਗੇ ਲੱਗੇਗਾ ਮੈਂ ਤਾਂ ਆਪ ਦੀ ਸੇਵਾ ਹੀ ਕਰ ਲਈ। ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਪਰਮਾਤਮਾ ਦੀ ਸੇਵਾ ਕੀ ਆ? ਜਿਹਨੇ ਸਮੁੰਦਰ ਬਣਾਏ ਉਹਨੂੰ ਪਾਣੀ ਪਿਆ ਦਈਏ? ਨਹੀਂ, ਇਹ ਵੀ ਨਹੀਂ, ਬਾਣੀ ਦੀ ਪੰਕਤੀ ਆ। ਜਿਹਨੇ ਹਵਾ ਬਣਾਈ ਉਹਨੂੰ ਪੱਖਾ ਝੱਲ ਦਈਏ? ਨਹੀਂ, ਇਹ ਵੀ ਨਹੀਂ। ਹਰ ਕੀ ਟਹਿਲ ਕਮਾਵਣੀ, ਗੁਰੂ ਦਾ ਨਾਮ ਜਪਣਾ, ਪਰਮੇਸ਼ਰ ਦਾ ਨਾਮ ਜਪਣਾ ਹੀ ਉਹਦੀ ਸੇਵਾ ਹੈ, ਉਹਦੀ ਟਹਿਲ ਆ। ਹਰ ਕੀ ਟਹਿਲ ਕਮਾਵਣੀ,
ਜਪੀਐ ਪ੍ਰਭ ਕਾ ਨਾਮ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਆਪ ਜੀ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ। ਕੀਤੀ ਹੋਈ ਵਿਚਾਰ ਹਿਰਦਿਆਂ 'ਚ ਵਸੇ। ਗੁਰ ਸ਼ਬਦਾਂ ਦੀ ਕਮਾਈ ਕਰਕੇ ਅਸੀਂ ਵੀ ਆਪਦੇ ਜੀਵਨ ਨੂੰ ਸੋਹਣਾ ਬਣਾਈਏ, ਪਿਆਰ ਵੰਡੀਏ। ਲੋਕਾਂ ਦੇ ਦਿਲ ਨਫ਼ਰਤ ਨਾਲ ਭਰੇ ਪਏ ਨੇ, ਪਰ ਅਸੀਂ ਗੁਰੂ ਦੇ ਸਿੱਖ ਹਾਂ। ਅਸੀਂ ਉਹਨਾਂ ਨੂੰ ਨਫ਼ਰਤ ਨਹੀਂ ਕਰਨੀ, ਅਸੀਂ ਪਿਆਰ ਹੀ ਕਰਨਾ ਹੈ, ਕਿਉਂਕਿ ਪਿਆਰ ਹੀ ਪਰਮਾਤਮਾ ਤੱਕ ਲੈ ਜਾਂਦਾ ਹੈ। ਆਓ ਪਿਆਰ ਦੇ ਨਾਲ ਵਾਹਿਗੁਰੂ ਕਹੀਏ। ਸਤਿਗੁਰੂ ਕੀ ਸ਼ਾਨ ਬੜੀ ਉੱਚੀ ਹੈ। ਬੋਲਦੇ ਆ ਕਿ ਨਹੀਂ ਬਹੁਤ ਬਹੁਤ ਭੁੱਲਾਂ ਹੋ ਜਾਂਦੀਆਂ ਹਨ ਜੀ। ਗੁਰੂ ਦੀ ਸੰਗਤ ਤੇ ਸਤਿਗੁਰੂ ਜੀ ਆਪ ਸਾਨੂੰ ਬਖਸ਼ ਲੈਣ ਜੀ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।